ਸਤਿ ਸ੍ਰੀ ਅਕਾਲ ਜੀ ਦੋਸਤੋ। ਮੈਂ ਡਾਕਟਰ ਸੁਨੀਲ ਕੁਮਾਰ ਇੱਕ ਵਾਰ ਫਿਰ ਸਾਰਿਆਂ ਦਾ ਸਵਾਗਤ ਕਰਦਾ। ਅੱਜ ਜਿਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਹ ਇੱਕ ਐਸਾ ਵਿਸ਼ਾ ਹੈਗਾ ਜੋ ਮੇਰੇ ਖਿਆਲ ਨਾਲ ਲਗਭਗ ਸਭ ਬਿਮਾਰੀਆਂ ਦੀ ਜਿਹੜੀ ਰੂਟ ਹੈਗੀ ਹੈ ਉਹ ਇੱਥੋਂ ਹੀ ਸਟਾਰਟ ਹੁੰਦੀ ਹੈ। ਆਯੁਰਵੇਦ 'ਚ ਇਹਨੂੰ ਕਹਿੰਦੇ ਹੈਗੇ ਆ ਮੰਦ ਅਗਨੀ। ਮੰਦ ਅਗਨੀ ਮਤਲਬ ਜੋ ਸਾਡਾ ਪਾਚਨ ਸ਼ਕਤੀ ਹੈਗੀ ਹੈ ਉਹ ਬਹੁਤ ਜ਼ਿਆਦਾ ਘਟ ਗਈ ਹੈ। ਪਾਚਨ ਪ੍ਰੋਪਰ ਨਹੀਂ ਹੋ ਰਿਹਾ। ਖਾਣਾ ਜੋ ਅਸੀਂ ਖਾ ਰਹੇ ਹੈਗੇ ਆ ਉਹਦੀ ਨਿਊਟ੍ਰੀਸ਼ਨਲ ਵੈਲਿਊ ਜੋ ਸਾਨੂੰ ਮਿਲਣੀ ਚਾਹੀਦੀ ਸੀਗੀ ਉਹ ਨਹੀਂ ਮਿਲ ਰਹੀ। ਤੇ ਉਹਦੇ ਨਾਲ ਨੁਕਸਾਨ ਕੀ ਹੋ ਰਿਹਾ ਹੈ? ਪਹਿਲਾ ਨੁਕਸਾਨ ਤਾਂ ਆਪਾਂ ਕਹਿ ਰਹੇ ਕਿ ਨਿਊਟ੍ਰੀਸ਼ਨਲ ਵੈਲਿਊ ਜੋ ਮੈਨੂੰ ਮਿਲਣੀ ਸੀ, ਜਿਹਦੇ ਨਾਲ ਮੇਰੀ ਬੋਡੀ ਦੀ ਤਾਕਤ ਆਣੀ ਸੀ, ਉਹ ਨਹੀਂ ਆ ਰਹੀ। ਦੂਸਰਾ ਨੁਕਸਾਨ ਕੀ ਹੋ ਰਿਹਾ ਹੈ? ਕਿਉਂਕਿ ਖਾਣਾ ਅੰਦਰ ਚਲਾ ਗਿਆ ਔਰ ਉਹ ਅਪਚ ਦੇ ਰੂਪ ਦੇ ਵਿੱਚ ਹੈ, ਕਿਉਂਕਿ ਉਹਦਾ ਪਾਕ ਪੂਰਾ ਨਹੀਂ ਹੋਇਆ, ਪਾਚਨ ਪੂਰਾ ਨਹੀਂ ਹੋਇਆ। ਤਾਂ ਉਸ ਪੋਜੀਸ਼ਨ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਅਪਚ ਹੈਗਾ ਉਹ ਵੀ ਮੇਰੇ ਬਲੱਡ ਦੇ ਵਿੱਚ ਘੁਲ ਜਾਂਦਾ ਹੈ ਤੇ ਉਹ ਅਪਚ ਮੇਰੇ ਬੋਡੀ ਦੇ ਵਿੱਚ ਆਕਸੀਡੈਂਟ ਸੈਲਸ ਦੇ ਵਿੱਚ ਕਨਵਰਟ ਹੋ ਜਾਂਦਾ ਹੈ ਤੇ ਮੇਰੇ ਬੋਡੀ ਦੇ ਲਈ ਅਲੱਗ-ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦਾ ਹੈ। ਤਾਂ ਮੰਦ ਅਗਨੀ ਇੱਕ ਐਸੀ ਪ੍ਰੋਬਲਮ ਹੈ ਕਿ ਅਗਰ ਇਸ ਨੂੰ ਸਹੀ ਟਾਈਮ ਤੇ ਨਾ ਪਹਿਚਾਨਿਆ ਜਾਵੇ ਤੇ ਸਹੀ ਟਾਈਮ ਤੇ ਨਾ ਇਹਦਾ ਟ੍ਰੀਟ ਕੀਤਾ ਜਾਵੇ ਤਾਂ ਬਹੁਤ ਸਾਰੀਆਂ ਬਿਮਾਰੀਆਂ ਦੀ ਜਿਹੜੀ ਜੜ ਹੈਗੀ ਹੈ, ਬਹੁਤ ਸਾਰੀਆਂ ਬਿਮਾਰੀਆਂ ਦਾ ਜਨਮ ਇਸ ਬਿਮਾਰੀ ਤੋਂ ਹੋ ਜਾਂਦਾ ਹੈ। ਅਸੀਂ ਇਹਨੂੰ ਹਲਕੇ 'ਚ ਨਹੀਂ ਲੈ ਸਕਦੇ। ਬਹੁਤ ਲੋਕੀ ਕਹਿੰਦੇ ਜੀ ਮੈਨੂੰ ਭੁੱਖ ਨਹੀਂ ਲੱਗਦੀ, ਮੈਂ ਘੱਟ ਹੀ ਖਾਂਦਾ ਜੀ, ਜਾਂ ਮੈਨੂੰ ਬਾਰ-ਬਾਰ ਦੱਸ ਜਾਣਾ ਪੈਂਦਾ ਹੈਗਾ, ਜਾਂ ਮੇਰਾ ਪੇਟ ਬੜਾ ਹੈਵੀ ਰਹਿੰਦਾ ਹੈ, ਖਾਣਾ ਖਾਣ ਤੋਂ ਬਾਅਦ ਗੈਸ ਭਰ ਜਾਂਦੀ ਹੈ ਜਾਂ ਗੈਸ ਭਰੀ ਹੀ ਰਹਿੰਦੀ ਹੈ, ਜਾਂ ਫਿਰ ਪੇਟ ਹਮੇਸ਼ਾ ਹਲਕਾ-ਹਲਕਾ ਪੇਨ ਹੁੰਦਾ ਰਹਿੰਦਾ ਹੈਗਾ। ਇਹ ਮੰਦ ਅਗਨੀ ਦੇ ਲੱਛਣ ਹੈ। ਪਾਚਨ ਕਿਰਿਆ ਕਮਜ਼ੋਰ ਹੈ, ਇਸ ਦੇ ਲੱਛਣ ਹੈ। ਇਸ ਚੀਜ਼ ਨੂੰ ਤੁਸੀਂ ਘਰੇ ਵੀ ਹਲਕਾ ਫੁਲਕਾ ਟ੍ਰੀਟਮੈਂਟ ਕਰ ਸਕਦੇ ਹੋ। ਅੱਜ ਜੋ ਅਸੀਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੋਈ ਨੁਸਖਾ ਨਹੀਂ ਲਿਖਾਵਾਂਗਾ, ਲੇਕਿਨ ਉਹਨਾਂ ਦਵਾਈਆਂ ਦਾ ਜ਼ਿਕਰ ਕਰਾਂਗਾ ਜਿਹੜੀਆਂ ਕਲਾਸੀਕਲ ਮੈਡੀਸਨਸ ਹੈਗੀਆਂ ਨੇ। ਤੇ ਇਹ ਕਲਾਸੀਕਲ ਮੈਡੀਸਨ ਜਿਹੜੀਆਂ ਹੈਗੀਆਂ ਇਹ ਹਰ ਘਰ ਦੇ ਵਿੱਚ ਹੋਣੀਆਂ ਚਾਹੀਦੀਆਂ ਹੈਗੀਆਂ ਔਰ ਹੁੰਦੀਆਂ ਵੀ ਹੈ, ਲੇਕਿਨ ਅਸੀਂ ਇਹਨਾਂ ਦਾ ਉਪਯੋਗ ਕਿੰਨਾ ਕਰਦੇ ਹੈਗੇ ਆ ਇਹ ਬਹੁਤ ਮਾਇਨੇ ਰੱਖਦਾ ਹੈ। ਠੀਕ ਹੈ, ਤਾਂ ਅੱਜ ਇਸ ਵਿਸ਼ੇ ਨੂੰ ਹੋਰ ਥੋੜਾ ਅੱਗੇ ਵਧਾਉਂਦੇ ਆ। ਪਾਚਨ ਕਿਰਿਆ ਨੂੰ ਥੋੜਾ ਡਿਟੇਲ ਦੇ ਵਿੱਚ ਸਮਝ ਲੈਂਦੇ ਆ। ਬਹੁਤ ਜ਼ਿਆਦਾ ਮੈਂ ਨਹੀਂ ਕਹਿੰਦਾ ਕਿ ਬਹੁਤ ਵੱਡੀ ਡਿਟੇਲ ਦੇਵਾਂਗਾ, ਲੇਕਿਨ ਹਲਕਾ ਫੁਲਕਾ ਇੰਨੀ ਕੁ ਡਿਟੇਲ ਸਮਝ ਲਓ ਕਿ ਜੋ ਤੁਹਾਡੇ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੰਮ ਆਵੇ। ਪਤਾ ਹੋਵੇ ਕਿ ਕਿਹੜੀ ਚੀਜ਼ ਖਾਣ ਦੇ ਨਾਲ ਮੇਰਾ ਕੀ ਨੁਕਸਾਨ ਹੋਣਾ ਤੇ ਕੀ ਫਾਇਦਾ ਹੋਣਾ। ਤਾਂ ਸਭ ਤੋਂ ਪਹਿਲੀ ਚੀਜ਼, ਪਾਚਨ ਸਾਡੇ ਸਰੀਰ ਦੇ ਵਿੱਚ ਮੇਨਲੀ 3 ਚੀਜ਼ਾਂ ਦਾ ਹੁੰਦਾ ਹੈ। ਉਹ ਹੈ ਫੈਟ, ਪ੍ਰੋਟੀਨ ਤੇ ਕਾਰਬੋਹਾਈਡਰੇਟਸ, ਜਿਹਨੂੰ ਅਸੀਂ ਮਿੱਠਾ ਕਹਿੰਦੇ ਹਾਂ। ਤਾਂ ਫੈਟ ਤੇ ਜੋ ਪ੍ਰੋਟੀਨ ਹੈਗੇ ਆ ਇਹ ਸਾਡੇ ਸਟਮਕ ਦੇ ਵਿੱਚ ਡਾਈਜੈਸਟ ਹੁੰਦੇ ਆ, ਜਿੱਥੇ ਇਹਨਾਂ ਨੂੰ ਲੀਵਰ ਵੱਲੋਂ ਅਮੀਨੋ ਐਸਿਡਸ ਦਿੱਤੇ ਜਾਂਦੇ ਹੈਗੇ ਆ। ਅਗਰ ਜ਼ਿਆਦਾ ਸਪਾਈਸੀ ਖਾਣਾ ਹੋਵੇ ਤਾਂ ਫਿਰ ਗੋਲ ਬਲੈਡਰ ਵਗੈਰਾ ਜਿਹੜਾ ਹੈਗਾ ਬਾਈਲ ਵੀ ਪ੍ਰੋਡਿਊਸ ਕਰਦਾ ਹੈ ਇਸ ਖਾਣੇ ਨੂੰ ਡਾਈਜੈਸਟ ਕਰਨ ਵਾਸਤੇ। ਨਾਲ ਦੀ ਨਾਲ ਜੋ ਸਾਡੇ ਕਾਰਬੋਹਾਈਡਰੇਟਸ ਹੈਗੇ ਆ, ਜੋ ਸਾਡਾ ਮਿੱਠਾ ਹੈ, ਉਹਨਾਂ ਨੂੰ ਡਾਈਜੈਸਟ ਹੋਣ ਵਾਸਤੇ ਕੀ ਚਾਹੀਦੀ ਹੈਗੀ ਹੈ? ਇਨਸੂਲਿਨ ਚਾਹੀਦੀ ਹੈ, ਜੋ ਕਿ ਸਟਮਕ ਤੋਂ ਅੱਗੇ ਡਿਊਡੇਨਮ ਦੇ ਵਿੱਚ ਜਾ ਕੇ ਮਿਲਦੀ ਹੈਗੀ ਹੈ। ਤਾਂ ਇਸੇ ਲਈ ਜੋ ਸਾਡੇ ਬਜ਼ੁਰਗ ਸੀਗੇ ਉਹਨਾਂ ਨੇ ਸਾਨੂੰ ਜੋ ਭੋਜਨ ਵਿਧੀ ਦੱਸੀ, ਸਾਡੇ ਜਿਹੜੇ ਰਿਸ਼ੀ ਮੁਨੀ ਜਾਂ ਸਾਡੇ ਪੁਰਾਣੇ ਬਜ਼ੁਰਗਾਂ ਨੇ ਜੋ ਸਾਨੂੰ ਭੋਜਨ ਵਿਧੀ ਦੱਸੀ ਹੈ, ਉਹ ਕਹਿੰਦੇ ਆ ਕਿ ਖਾਣੇ ਦੇ 6 ਰਸ ਹੈਗੇ: ਮਧੁਰ, ਅਮਲ, ਲਵਣ, ਕਟੂ, ਤਿਕਤ, ਕਸ਼ਾਏ। ਤਾਂ ਹਮੇਸ਼ਾ ਖਾਣਾ ਅਗਰ ਤੁਹਾਡਾ ਮਿੱਠੇ ਤੋਂ ਸ਼ੁਰੂ ਹੋਣਾ ਚਾਹੀਦਾ ਹੈ ਤੇ ਕਸ਼ਾਏ ਰਸ ਤੇ ਖਤਮ ਹੋਣਾ ਚਾਹੀਦਾ ਹੈ, ਕਿਉਂਕਿ ਮਿੱਠੇ ਦੀ ਜੋ ਡਾਈਜੈਸ਼ਨ ਹੈਗੀ ਹੈ ਉਹ 40% ਤਾਂ ਤੁਹਾਡੀ ਬਕਲ ਕੈਵਿਟੀ ਤੁਹਾਡੇ ਮੂੰਹ ਦੇ ਵਿੱਚ ਹੋਏਗੀ, ਜੋ ਕਿ ਸਾਨੂੰ ਅਕਸਰ ਦੱਸਿਆ ਜਾਂਦਾ ਹੈ ਕਿ ਖਾਣੇ ਨੂੰ ਬਾਰ-ਬਾਰ ਚਬਾਓ, 32 ਵਾਰ ਚਬਾਓ ਘੱਟੋ ਘੱਟ। ਜ਼ਿਆਦਾ ਚਬਾਉਣ ਨਾਲ, ਛੋਟੀ ਬੁਰਕੀ ਲੈਣ ਨਾਲ ਡਾਈਜੈਸ਼ਨ ਅੱਛੀ ਹੁੰਦੀ ਹੈ ਤੇ ਮੂੰਹ ਦੇ ਵਿੱਚ ਜਿੰਨਾ ਟਾਈਮ ਉਹਦੀ ਲਾਰਵਾ ਜਾਂ ਸਲਾਈਵਾ ਜਿਹੜਾ ਮੂੰਹ ਦਾ ਉਸ ਖਾਣੇ ਦੇ ਵਿੱਚ ਘੁਲਦਾ ਹੈਗਾ ਤਾਂ ਉਹ ਡਾਈਜੈਸਟ ਕਰਨ ਦੇ ਵਿੱਚ ਮਦਦ ਕਰਦਾ ਹੈ। ਤਾਂ ਇਹ ਸਮਝ ਲਓ ਕਿ 40% ਸਾਡੀ ਡਾਈਜੈਸ਼ਨ ਸਾਡੇ ਬਕਲ ਕੈਵਿਟੀ ਦੇ ਵਿੱਚ, ਸਾਡੇ ਮੂੰਹ ਦੇ ਵਿੱਚ ਹੋ ਜਾਂਦੀ ਹੈ। ਅਗਰ ਕੋਈ ਬਹੁਤ ਤੇਜ਼ ਖਾਣਾ ਖਾ ਰਿਹਾ ਹੈ ਜਾਂ ਫਿਰ ਟੀਵੀ ਦੇਖਦੇ ਹੋਏ ਖਾਣਾ ਖਾ ਰਿਹਾ ਹੈ ਜਾਂ ਫਿਰ ਗੱਲਾਂ ਕਰਦੇ ਹੋਏ ਖਾਣਾ ਖਾ ਰਿਹਾ, ਤੁਸੀਂ ਕਦੇ ਨੋਟ ਕੀਤਾ ਹੋਵੇਗਾ ਜੋ ਸਾਡੇ ਪੁਰਾਣੇ ਬਜ਼ੁਰਗ ਹੈਗੇ ਸੀਗੇ ਜਾਂ ਕਈ ਵਾਰੀ ਮੈਂ ਦੇਖਿਆ ਰਿਸ਼ੀ ਮੁਨੀ ਬ੍ਰਾਹਮਣਾਂ ਨੂੰ ਖਾਣਾ ਖਾਂਦੇ, ਉਹ ਖਾਣਾ ਖਾਂਦੇ ਉਹ ਬੋਲਦੇ ਨਹੀਂ ਹੈ। ਅਗਰ ਉਹਨਾਂ ਨੇ ਕੁਝ ਡਿਮਾਂਡ ਵੀ ਕਰਨਾ ਤਾਂ ਵੀ ਇਸ਼ਾਰੇ ਨਾਲ ਕਰਦੇ ਸੀ। ਉਹਦਾ ਕਾਰਨ ਇਹੀ ਸੀ ਕਿ ਅਗਰ ਤੁਸੀਂ ਬੋਲਦੇ ਹੈਗੇ ਆ ਤਾਂ ਸਾਡਾ ਬਹੁਤ ਸਾਰੀ ਹਵਾ ਜਿਹੜੀ ਹੈਗੀ ਉਹ ਬੋਲਣ ਸਮੇਂ ਸਾਡੇ ਅੰਦਰ ਜਾਂਦੀ ਹੈ, ਜੋ ਸਾਡੀ ਡਾਈਜੈਸ਼ਨ ਨੂੰ ਇਫੈਕਟ ਕਰਦੀ ਹੈ। ਤਾਂ ਦੇਖੋ ਕਿੰਨਾ ਵਧੀਆ ਪ੍ਰਿੰਸੀਪਲ ਸਾਡੇ ਬਜ਼ੁਰਗ ਅਪਣਾਉਂਦੇ ਸੀ ਤੇ ਅਸੀਂ ਅੰਗਰੇਜ਼ਾਂ ਦੇ ਪ੍ਰਿੰਸੀਪਲ ਦੇ ਪਿੱਛੇ ਲੱਗ ਕੇ ਕਿ ਜੀ ਡਾਈਨਿੰਗ ਟੇਬਲ ਤੇ ਬੈਠ ਕੇ ਨਾਲੇ ਡਿਸਕਸ਼ਨ ਹੋਏਗੀ,
ਨਾਲੇ ਰੂਟੀਨ ਦਾ ਜੋ ਅੱਜ ਕੰਮ ਕਰਨਾ ਹੈ, ਜਾਂ ਅੱਜ ਈਵਨ ਤੁਸੀਂ ਡਿਨਰ ਕਰ ਰਹੇ ਹੋ ਤਾਂ ਰਾਤ ਦਾ ਪੂਰੇ ਦਿਨ ਦੀ ਕੀ ਦਿਨਚਰਿਆ ਰਹੀ, ਇਹਦੇ ਉੱਤੇ ਡਿਸਕਸ਼ਨ ਹੋਏਗੀ, ਤੇ ਨਾਲੇ ਖਾਣਾ ਫਿਨਿਸ਼ ਕਰਾਂਗੇ। ਇਹ ਸਾਡੇ ਲਈ ਨੁਕਸਾਨਦਾਇਕ ਹੁੰਦਾ ਜਾ ਰਿਹਾ, ਬਿਮਾਰੀਆਂ ਦਾ ਘਰ ਬਣਦਾ ਜਾ ਰਿਹਾ। ਫਿਰ ਦੂਜਾ ਸਾਨੂੰ ਅੰਗਰੇਜ਼ਾਂ ਨੇ ਕੀ ਜਿਹੜੀ ਸੋਚ ਸਾਡੀ ਬਦਲੀ ਕਿ ਡੈਜ਼ਰਟ ਮਿੱਠਾ ਜੋ ਹੈ ਉਹ ਖਾਣੇ ਦੇ ਬਾਅਦ ਦੇ ਵਿੱਚ, ਅਕਸਰ ਤੁਸੀਂ ਦੇਖਿਆ ਹੋਵੇਗਾ ਡੈਜ਼ਰਟ ਕੀ ਬਣਿਆ ਜੀ, ਖਾਣਾ ਖਾ ਲਿਆ, ਲਿਆਓ ਕੁਝ ਮਿੱਠਾ ਲਿਆਓ। ਇਹ ਸਾਡੇ ਲਈ ਖਤਰਨਾਕ ਹੈਗਾ। ਮਿੱਠਾ, ਮੈਂ ਬਾਰ-ਬਾਰ ਇਸ ਗੱਲ ਤੇ ਸਟ੍ਰੈਸ ਦਿੰਦਾ, ਸਾਡੀ ਭੋਜਨ ਵਿਧੀ ਦਾ ਹਿੱਸਾ ਜ਼ਰੂਰ ਹੈਗਾ, ਲੇਕਿਨ ਸ਼ੁਰੂਆਤ ਦੇ ਵਿੱਚ ਮਿੱਠਾ ਹਮੇਸ਼ਾ ਪਹਿਲਾਂ ਖਾਓ ਤਾਂ ਕਿ ਉਹ ਡਿਊਡੇਨਮ ਦੇ ਵਿੱਚ ਪਹੁੰਚ ਕੇ ਇਨਸੂਲਿਨ ਦੇ ਨਾਲ ਮਿਲ ਕੇ ਸਾਡੀ ਬਾਡੀ ਦੇ ਲਈ ਨਿਊਟ੍ਰੀਸ਼ਨ ਜਿਹੜੀਆਂ ਉਹਨੇ ਦੇਣੀਆਂ ਹੈਗੀਆਂ ਉਹ ਸਾਨੂੰ ਦੇ ਸਕੇ। ਨਹੀਂ ਤਾਂ ਫਿਰ ਉਹ ਸਟਮਕ ਦੇ ਵਿੱਚ ਵੇਟ ਕਰੇਗਾ, ਗਲੀ ਜਾਏਗਾ, ਸੜੀ ਜਾਏਗਾ, ਤਾਂ ਸਾਡੇ ਸਰੀਰ ਲਈ ਹੋਰ ਜ਼ਿਆਦਾ ਪ੍ਰੋਬਲਮਸ ਕ੍ਰੀਏਟ ਹੋਣਗੀਆਂ। ਤਾਂ ਹੁਣ ਤੁਸੀਂ ਸਮਝ ਗਏ ਕਿ ਸਾਡੇ ਸਰੀਰ 'ਚ 3 ਚੀਜ਼ਾਂ ਡਾਈਜੈਸਟ ਹੋਣੀਆਂ, ਫੈਟ, ਪ੍ਰੋਟੀਨ ਤੇ ਕਾਰਬੋਹਾਈਡਰੇਟਸ, ਰਾਈਟ। ਖਾਣਾ ਹੌਲੀ ਖਾਣ ਦਾ ਬਹੁਤ ਬੈਨੀਫਿਟ ਹੈਗਾ। ਖਾਣਾ ਖਾਂਦੇ ਸਮੇਂ ਗੱਲਾਂ ਨਹੀਂ ਕਰਨੀਆਂ, ਟੀਵੀ ਨਹੀਂ ਦੇਖਣਾ, ਤੇ ਜ਼ਿਆਦਾ ਪਾਣੀ ਨਹੀਂ ਪੀਣਾ। ਇਹ ਵੀ ਇੱਕ ਮਿਥ ਹੈਗਾ ਕਿ ਪਾਣੀ ਕਿੰਨਾ ਕੁ ਪੀਣਾ ਚਾਹੀਦਾ ਹੈਗਾ। ਦੇਖੋ, ਖਾਣਾ ਖਾਣ ਲੱਗੇ ਪਾਣੀ ਬਿਲਕੁਲ ਨਹੀਂ ਪੀਣਾ ਚਾਹੀਦਾ, ਇਹ ਕੋਈ ਜ਼ਰੂਰੀ ਨਹੀਂ ਹੈ। ਖਾਣਾ ਖਾਣ ਲੱਗੇ ਤੁਸੀਂ ਅੱਧਾ ਗਲਾਸ ਪਾਣੀ ਘੁੱਟ-ਘੁੱਟ ਕਰਕੇ, ਕਿ ਵਿੱਚ ਦੀ ਤੁਸੀਂ 2-4 ਬੁਰਕੀ ਲਈ, ਉਸ ਤੋਂ ਬਾਅਦ 1 ਘੁੱਟ ਪਾਣੀ ਦੀ ਪੀਣੀ ਜਾਇਜ਼ ਹੈਗਾ। ਲੇਕਿਨ ਖਾਣਾ ਖਾਣ ਤੋਂ ਬਾਅਦ ਗਲਾਸ ਭਰ ਕੇ, 2 ਗਲਾਸ ਭਰ ਕੇ ਪਾਣੀ ਦੇ ਅੰਦਰ ਸਿੱਟਣੇ, ਉਹ ਸਾਡੇ ਸਰੀਰ ਲਈ ਨੁਕਸਾਨਦਾਇਕ ਹੈ। ਉਹ ਮੰਦਗਣੀ ਦਾ ਇੱਕ ਵੱਡਾ ਕਾਰਨ ਬਣ ਸਕਦੇ ਆ। ਤਾਂ ਅਗਰ ਤੁਹਾਨੂੰ ਇਹ ਆਦਤ ਹੈਗੀ ਹੈ ਕਿ ਆਪਾਂ ਖਾਣਾ ਜਿਹੜਾ ਖਾਂਦੇ ਹੈਗੇ ਆ ਉਹਦੇ ਨਾਲ ਪਾਣੀ ਜ਼ਿਆਦਾ ਪੀ ਰਹੇ ਹੈਗੇ ਆ, ਤਾਂ ਇਸ ਨੂੰ ਬੰਦ ਕਰ ਦਿਓ। ਇਹ ਇੱਕ ਮੰਦਗਣੀ ਦਾ ਕਾਰਨ ਹੈਗਾ, ਠੀਕ ਹੈ। ਦੂਸਰੀ ਚੀਜ਼, ਮੰਦਗਣੀ ਨੂੰ ਕਿਵੇਂ ਪਹਿਚਾਨੀਏ, ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਕਿ ਅਗਰ ਤੁਹਾਨੂੰ ਬਾਰ-ਬਾਰ ਦਸਤ ਜਾਣੇ ਪੈ ਰਹੇ ਹੈ, ਜਾਂ ਕਬਜ਼ ਹੋ ਰਹੀ ਹੈ, ਜਾਂ ਪੇਟ ਪ੍ਰੋਪਰ ਸਾਫ਼ ਨਹੀਂ ਹੋ ਰਿਹਾ, ਗੈਸ ਭਰੀ ਹੋਈ ਹੈ ਪੇਟ ਦੇ ਵਿੱਚ, ਜਾਂ ਫਿਰ ਹਲਕਾ ਦਰਦ ਹੁੰਦਾ ਰਹਿੰਦਾ ਹੈ, ਖਾਣ ਦਾ ਦਿਲ ਨਹੀਂ ਕਰਦਾ, ਜਾਂ ਸੁਬਾਹ ਫਰੈਸ਼ ਹੋਣ ਤੋਂ ਬਾਅਦ ਵੀ ਤੁਸੀਂ ਆਪਣੇ ਆਪ ਨੂੰ ਫਰੈਸ਼ ਮਹਿਸੂਸ ਨਹੀਂ ਕਰ ਰਹੇ, ਕਿਸੇ ਵੀ ਕੰਮ 'ਚ ਜੀ ਨਹੀਂ ਲੱਗ ਰਿਹਾ, ਤਾਂ ਇਹ ਮੰਦਗਣੀ ਦਾ ਇੱਕ ਰੂਪ ਹੈਗਾ, ਮੰਦਗਣੀ ਦਾ ਕਾਰਨ ਹੈਗਾ। ਤਾਂ ਅਗਰ ਇਸ ਤਰ੍ਹਾਂ ਦੀ ਸਿੰਪਟਮ, ਇਸ ਤਰ੍ਹਾਂ ਦੇ ਲੱਛਣ ਤੁਹਾਨੂੰ ਮਿਲਦੇ ਹੈਗੇ ਤਾਂ ਤੁਸੀਂ ਮੰਦਗਣੀ ਦਾ ਸ਼ਿਕਾਰ ਹੋ, ਔਰ ਇਹਦਾ ਇਲਾਜ ਤੁਹਾਨੂੰ ਕਰਨਾ ਚਾਹੀਦਾ ਹੈ। ਹੁਣ ਇਹਦੇ ਇਲਾਜ ਦੇ ਲਈ ਕੀ ਕਰਨਾ ਚਾਹੀਦਾ ਹੈ? ਆਯੁਰਵੇਦ ਹਮੇਸ਼ਾ ਇਸ ਗੱਲ ਦੇ ਉੱਤੇ ਬਲ ਦਿੰਦਾ ਹੈ ਕਿ ਪਹਿਲਾਂ ਜੋ ਕਾਰਨ ਸੀ ਉਹਨਾਂ ਨੂੰ ਹਟਾਇਆ ਜਾਵੇ। ਮੰਦਗਣੀ ਦਾ ਇਲਾਜ ਕਦੇ ਵੀ ਨਹੀਂ ਹੋ ਸਕਦਾ ਕਿਸੇ ਦਵਾਈ ਨਾਲ, ਜਦ ਤੱਕ ਤੁਸੀਂ ਆਪਣੀ ਦਿਨਚਰਿਆ ਚੇਂਜ ਨਹੀਂ ਕਰਦੇ, ਆਪਣਾ ਜਲਵਾਯੂ ਚੇਂਜ ਨਹੀਂ ਕਰਦੇ, ਆਪਣੇ ਆਪ ਨੂੰ ਡਿਸਿਪਲਿਨ ਦੇ ਵਿੱਚ, ਅਨੁਸ਼ਾਸਨ ਦੇ ਵਿੱਚ ਨਹੀਂ ਲੈ ਕੇ ਆਉਂਦੇ। ਕੋਈ ਵੀ ਦਵਾਈ ਖਾ ਲਓ, ਅਗਰ ਤੁਸੀਂ ਸੋਚੋ ਕਿ ਮੈਂ ਮੰਦਗਣੀ ਨੂੰ ਦਵਾਈਆਂ ਦੇ ਨਾਲ ਟ੍ਰੀਟ ਕਰ ਲਾਂਗਾ, ਤਾਂ ਉਹ 100% ਪੋਸੀਬਲ ਨਹੀਂ ਹੈ। ਕੁਝ ਦਿਨ ਵਾਸਤੇ ਹੋ ਸਕਦਾ ਹੈ ਕਿ ਤੁਹਾਨੂੰ ਲੱਗੇ ਕਿ ਮੈਂ ਰਿਕਵਰ ਕਰ ਰਿਹਾ, ਲੇਕਿਨ ਦੁਬਾਰਾ ਫਿਰ ਇਹ ਮੰਦਗਣੀ ਪ੍ਰੋਬਲਮ ਕ੍ਰੀਏਟ ਕਰੇਗੀ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਦਿਨਚਰਿਆ ਦੇ ਵਿੱਚ ਚੇਂਜ ਕਰਕੇ ਇਸ ਮੰਦਗਣੀ ਨੂੰ ਟ੍ਰੀਟ ਕਰਨਾ ਪਏਗਾ। ਦਿਨਚਰਿਆ ਚੇਂਜ ਕਰਨ ਦਾ ਕੀ ਤਰੀਕਾ ਹੈਗਾ? ਸੂਰਜ ਨਿਕਲਣ ਤੋਂ ਪਹਿਲਾਂ ਉੱਠੋ, ਸਵੇਰੇ 5 ਵਜੇ, 5:30 ਵਜੇ ਜਾਗੋ, ਔਰ 1 ਗਲਾਸ, 2 ਗਲਾਸ, 3 ਗਲਾਸ, ਜਿੰਨਾ ਤੁਹਾਡੀ ਸਰੀਰ ਦੀ ਸਮਰੱਥਾ ਹੈਗੀ ਹੈ, ਤਾਂਬੇ ਦੇ ਭਾਂਡੇ 'ਚ ਰੱਖਿਆ ਹੋਇਆ ਪਾਣੀ ਸਿਪ ਕਰਕੇ, ਘੁੱਟ ਕਰਕੇ ਬੈਠ ਕੇ, ਜਾਂ ਤਾਂ ਪੈਰਾਂ ਪਰ ਬੈਠੋ, ਪੈਰਾਂ ਪਰ ਨਹੀਂ ਬੈਠ ਸਕਦੇ ਤਾਂ ਕੁਰਸੀ ਤੇ ਬੈਠ ਕੇ ਆਰਾਮ ਦੇ ਨਾਲ ਇਸ ਪਾਣੀ ਨੂੰ ਪੀਣਾ। ਪਾਣੀ ਨੂੰ ਪੀਓ। ਸ਼ੁਰੂਆਤ ਦੇ ਵਿੱਚ ਕਈ ਵਾਰ ਅਸੀਂ ਸਮਝਦੇ ਹਾਂ ਕਿ ਜ਼ਿਆਦਾ ਪਾਣੀ ਨਹੀਂ ਪੀਤਾ ਜਾਂਦਾ, 1 ਕੱਪ ਤੋਂ ਸ਼ੁਰੂ ਕਰ ਸਕਦੇ ਹੈਗੇ, ਹੌਲੀ ਇਸ ਨੂੰ ਵਧਾ ਸਕਦੇ ਹੈਗੇ। ਇਹਦੇ ਨਾਲ ਕੀ ਹੋਏਗਾ? ਬੋਡੀ ਤੁਹਾਡੀ ਡੀਟੌਕਸੀਫਾਈ ਹੋਏਗੀ, ਬੋਡੀ 'ਚੋਂ ਜਿਹੜੇ ਮਾੜੇ ਤੱਤ ਹੈਗੇ ਉਹ ਨਿਕਲਣਗੇ, ਔਰ ਕਬਜ਼ੀ ਜਿਹੜੀ ਹੈ ਉਹ ਠੀਕ ਹੋਏਗੀ, ਠੀਕ ਹੈ। ਤਾਂ ਪਹਿਲਾ ਕੰਮ ਤਾਂ ਇਹ ਹੈ। ਦੂਸਰੀ ਚੀਜ਼ ਜੋ ਅਸੀਂ ਆਪਣੀ ਦਿਨਚਰਿਆ 'ਚੋਂ ਨਿਕਾਲ ਚੁੱਕੇ ਆ, ਉਹ ਹੈਗੀ ਹੈ ਦਾਤਣ। ਅਸੀਂ ਬ੍ਰਸ਼ ਦੇ ਉੱਪਰ ਕੰਮ ਕਰਦੇ ਹਾਂ। ਤੁਸੀਂ ਅਕਸਰ ਦੇਖਿਆ ਹੋਵੇਗਾ, ਅਗਰ ਜਾਂ ਕਿਸੇ ਨੂੰ ਅਗਰ ਮਾਈਕਰੋਸਕੋਪ ਦੀ ਜਾਣਕਾਰੀ ਹੈ ਤਾਂ ਦੇਖੋ ਤੁਸੀਂ, ਤੁਹਾਡੇ ਬ੍ਰਸ਼ ਦੇ ਉੱਪਰ ਕਿੰਨੇ ਜ਼ਿਆਦਾ ਬੈਕਟੀਰੀਆ, ਵਾਇਰਸ ਫਿਰ ਰਹੇ ਹੁੰਦੇ ਹੈ, ਕਿਉਂਕਿ ਅਨਕਵਰਡ ਹੁੰਦਾ ਹੈ, ਔਰ ਬਾਥਰੂਮ ਦੇ ਵਿੱਚ ਬੈਕਟੀਰੀਆ, ਵਾਇਰਸ ਬਹੁਤ ਹੁੰਦੇ ਹੈਗੇ। ਤਾਂ ਬ੍ਰਸ਼ ਨੂੰ ਹਮੇਸ਼ਾ ਕਵਰ ਕਰਕੇ ਰੱਖੋ, ਔਰ ਬ੍ਰਸ਼ ਕਰਨ ਤੋਂ ਪਹਿਲਾਂ ਉਸ ਨੂੰ ਗਰਮ ਪਾਣੀ ਦੇ ਨਾਲ ਵਾਸ਼ ਕਰੋ, ਲੇਕਿਨ ਜ਼ਿਆਦਾ ਪ੍ਰੈਫਰੈਂਸ ਦਿਓ ਕਿ ਤੁਸੀਂ ਦਾਤਣ ਕਰੋ। ਦਾਤਣ ਨਿੰਮ ਦੀ ਕਰੋ ਜਾਂ ਬਬੂਲ ਕਿੱਕਰ ਦੀ ਕਰੋ, ਕੋਈ ਮੈਟਰ ਨਹੀਂ ਕਰਦਾ। ਜਿਨ੍ਹਾਂ ਦੇ ਦੰਦ ਦੁਖਦੇ ਹੈਗੇ ਆ ਉਹ ਨਿੰਮ ਦੀ ਦਾਤਣ ਕਰਨਗੇ ਤਾਂ ਬਹੁਤ ਫਾਇਦਾ ਹੋਏਗਾ। ਅਗਰ ਬਹੁਤ ਤੇਜ਼ ਦੰਦ ਦਾ ਦਰਦ ਹੋ ਰਿਹਾ ਤਾਂ ਕਨੇਰ ਦੀ ਦਾਤਣ ਵੀ ਬੜਾ ਕੰਮ ਕਰਦੀ ਹੈਗੀ ਹੈ। ਅਦਰਵਾਈਜ਼ ਕਨੇਰ ਮਾੜੀ ਹੁੰਦੀ ਹੈ, ਜ਼ਿਆਦਾ ਨਹੀਂ ਕਰ ਸਕਦੇ, ਲੇਕਿਨ ਦਾਤਣ ਦੇ ਰੂਪ ਦੇ ਵਿੱਚ ਚੱਬ ਕੇ ਉਸ ਨੂੰ ਬਾਹਰ ਥੁੱਕ ਦੇਣਾ ਠੀਕ ਹੈ, ਠੀਕ ਹੈ। ਤਾਂ ਦਾਤਣ ਤੁਹਾਡੇ
ਦਿਨਚਰਿਆ ਦਾ ਹਿੱਸਾ ਹੋਣਾ ਚਾਹੀਦੀ ਹੈਗੀ ਹੈ। ਅਗਰ ਹਫਤਾ ਦੇ ਹਫਤਾ ਪੂਰਾ ਦਾਤਨ ਨਹੀਂ ਕਰ ਸਕਦੇ ਤਾਂ ਘੱਟੋ ਘੱਟ 2 ਤੋਂ 3 ਦਿਨ 4 ਦਿਨ ਦਾਤਨ ਜ਼ਰੂਰ ਕਰੋ। ਬੱਚਿਆਂ ਨੂੰ ਦਾਤਨ ਕਰਨ ਦੀ ਇੰਪੋਰਟੈਂਸ ਦੱਸੋ ਤੇ ਬੱਚਿਆਂ ਨੂੰ ਦਾਤਨ ਕਰਨ ਦੀ ਆਦਤ ਬਣਾਓ। ਉਹ ਆਦਤ ਤਦੇ ਬਣੇਗੀ ਅਗਰ ਅਸੀਂ ਖੁਦ ਦਾਤਨ ਕਰਾਂਗੇ। ਦਾਤਨ ਕਰਨ ਤੋਂ ਬਾਅਦ ਤੁਸੀਂ ਜਿਹੜਾ ਕੰਮ ਕਰਦੇ ਹੈਗੇ, ਚਾਹ ਪੀਂਦੇ ਹੈਗੇ। ਚਾਹ ਦੀ ਜਗ੍ਹਾ ਤੇ ਅਗਰ ਤੁਸੀਂ ਜੋ ਆਯੁਰਵੈਦਿਕ ਚਾਹ ਹੈਗੀ ਹੈ, ਜਿਹੜੇ ਅੱਜ ਕੱਲ੍ਹ ਤਾਂ ਆਯੂਸ਼ ਕਵਾਸ ਦੇ ਨਾਮ ਨਾਲ ਬਹੁਤ ਚੀਜ਼ਾਂ ਮਾਰਕੀਟ 'ਚ ਮਿਲਦੀਆਂ ਹੈਗੀਆਂ, ਤੁਸੀਂ ਉਹ ਲੈ ਸਕਦੇ ਹੋ। ਨਹੀਂ ਤਾਂ ਫਿਰ ਕੀ ਹੈਗਾ, ਜੋ ਨਾਰਮਲ ਪੇਸ਼ੈਂਟ ਹੈਗੇ ਆ ਉਹਨਾਂ ਲਈ ਮੈਂ ਪਹਿਲਾਂ ਵੀ ਜ਼ਿਕਰ ਕੀਤਾ, ਦੁਬਾਰਾ ਫਿਰ ਜ਼ਿਕਰ ਕਰ ਦੇਣਾ। 1 ਚਮਚਾ ਅਰਜੁਨ ਕਵਾਸ ਲੈ ਲਓ, ਥੋੜੀ ਜਿਹੀ ਮੁਲੱਠੀ ਪਾ ਲਓ, ਥੋੜੀ ਜਿਹੀ ਦਾਲਚੀਨੀ ਪਾ ਲਓ, 5-7 ਪੱਤੇ ਤੁਲसी ਦੇ ਪਾ ਲਓ, ਠੀਕ ਹੈ, ਔਰ 1 ਅੱਧੀ ਕਾਲੀ ਮਿਰਚ ਪਾ ਲਓ। ਨਾਲ ਨਾਲ ਤੁਸੀਂ ਗਲੋਏ 1 ਇੰਚ ਦਾ ਟੁਕੜਾ ਗਲੋਏ ਦਾ, ਜਿਵੇਂ ਆਪਾਂ ਅਦਰਕ ਨੂੰ ਕ੍ਰਸ਼ ਕਰਕੇ ਪਾਉਂਦੇ ਆ ਉਸੇ ਤਰ੍ਹਾਂ ਇਸ ਨੂੰ ਪਾ ਦਿਓ 1 ਗਲਾਸ ਪਾਣੀ ਦੇ ਵਿੱਚ। ਇਸ ਨੂੰ ਬੋਇਲ ਹੋਣਾ ਰੱਖ ਦਿਓ। ਜਿੱਦਾਂ ਹੀ ਇਹ ਅੱਧਾ ਗਲਾਸ ਰਹਿ ਜਾਏ ਜਾਂ ਅੱਧੇ ਗਲਾਸ ਤੋਂ ਨੀਚੇ ਚਲਾ ਜਾਵੇ ਤੇ ਇਹਦੇ ਵਿੱਚ ਹਲਕਾ ਜਿਹਾ ਦੁੱਧ ਮਿਲਾਓ ਔਰ ਮਿੱਠੇ ਦੀ ਜਗ੍ਹਾ ਤੇ ਸ਼ੱਕਰ ਜਾਂ ਗੁੜ ਜਾਂ ਫਿਰ ਸਟੀਵੀਆ ਡ੍ਰੌਪਸ ਇਹ ਤੁਸੀਂ ਮਿਲਾ ਕੇ ਇਹਦਾ ਆਨੰਦ ਲਓ। ਇਹ ਚਾਹ ਦਾ ਕੰਮ ਵੀ ਕਰੇਗੀ, ਬਾਡੀ ਨੂੰ ਐਨਰਜਾਈਜ਼ ਵੀ ਕਰੇਗੀ ਤੇ ਬਾਡੀ ਨੂੰ ਡੀਟੌਕਸੀਫਾਈ ਵੀ ਕਰੇਗੀ। ਹਾਰਟ ਦੇ ਪੇਸ਼ੈਂਟ ਦੇ ਲਈ ਤੁਹਾਨੂੰ ਸਭ ਨੂੰ ਪਤਾ ਹੈ ਅਰਜੁਨ ਤੋਂ ਵਧੀਆ ਕੋਈ ਚੀਜ਼ ਨਹੀਂ ਹੈ। ਅਰਜੁਨ ਇੱਕ ਐਸਾ ਦਰਵਯ ਹੈ ਜੋ ਸਾਡੇ ਹਾਰਟ ਦੇ ਲਈ ਵਰਦਾਨ ਹੈ। ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੋਵੇ, ਅਰਜੁਨ ਉਹਨਾਂ ਸਾਰੀਆਂ ਪ੍ਰੋਬਲਮ ਨੂੰ, ਹਾਰਟ ਦੀਆਂ ਪ੍ਰੋਬਲਮ ਨੂੰ ਨਜਿੱਠਣ ਦੇ ਲਈ, ਉਹਨਾਂ ਦਾ ਸਾਹਮਣਾ ਕਰਨ ਦੇ ਲਈ ਇਕੱਲਾ ਸક્ષਮ ਹੈਗਾ। ਤਾਂ ਅਰਜੁਨ ਦਾ ਉਪਯੋਗ ਸਾਡੇ ਸਭ ਦੇ ਲਈ ਬਹੁਤ ਵਧੀਆ ਹੈ। ਅਗਰ ਕੋਈ ਸ਼ੂਗਰ ਦਾ ਮਰੀਜ਼ ਹੈ ਤਾਂ ਸ਼ੂਗਰ ਦੇ ਮਰੀਜ਼ ਦੇ ਲਈ ਤੁਸੀਂ ਕੀ ਕਰ ਸਕਦੇ ਹੋ, ਅਰਜੁਨ ਕਵਾਸ ਲੈ ਲਓ 100 ਗ੍ਰਾਮ, 100 ਗ੍ਰਾਮ ਗੁੜਮਾਰ ਬੂਟੀ ਲੈ ਲਓ, 50 ਗ੍ਰਾਮ ਤੁਸੀਂ ਲੈ ਲਓ ਇੰਦਰਜੌਂ ਕੜਵੇ ਕੌੜੇ। ਇਹ 3 ਚੀਜ਼ਾਂ ਬੜੀਆਂ ਕਾਰਗਰ ਹੈਗੀਆਂ। 3 ਚੀਜ਼ਾਂ ਦਾ ਤੁਸੀਂ ਮਿਕਸਰ ਬਣਾ ਲਓ, ਮਿਕਸੀ ਦੇ ਵਿੱਚ ਮੋਟਾ ਮੋਟਾ ਦਲੀਆ ਜਿਹਾ ਬਣਾ ਕੇ ਰੱਖ ਲਓ। 1 ਚਮਚਾ ਰਾਤ ਨੂੰ ਪਾਣੀ ਦੇ ਵਿੱਚ ਭਿਉਂ ਦਿਓ, ਸਵੇਰੇ ਉਸ ਪਾਣੀ ਨੂੰ ਬੋਇਲ ਕਰੋ। ਜਦੋਂ ਪਾਣੀ ਉਹੀ ਅੱਧਾ ਜਾਂ ਅੱਧੇ ਤੋਂ ਘੱਟ ਜੇ, ਉਸ ਨੂੰ ਉਹਦੇ ਵਿੱਚ ਥੋੜਾ ਦੁੱਧ ਮਿਕਸ ਕਰ ਸਕਦੇ ਹੈਗੇ ਹੋ ਔਰ ਤੁਹਾਡੀ ਚਾਹ ਤਿਆਰ ਹੋ ਗਈ। ਔਰ ਦੁੱਧ ਨਹੀਂ ਵੀ ਮਿਕਸ ਕਰਨਾ ਤਾਂ ਵੀ ਚੱਲੇਗਾ, ਤਾਂ ਦੁੱਧ ਤੋਂ ਬਿਨਾਂ ਵੀ ਪੀ ਸਕਦੇ ਹੈਗੇ ਹੋ। ਅਗਰ ਕੜਵਾ ਲੱਗ ਰਿਹਾ ਹੈਗਾ ਤਾਂ ਉਹਦੇ ਵਿੱਚ ਥੋੜੀ ਜੀ ਸਟੀਵੀਆ ਡ੍ਰੌਪਸ, ਸ਼ੂਗਰ ਦੇ ਮਰੀਜ਼ਾਂ ਵਾਸਤੇ ਸਟੀਵੀਆ ਜਿਹੜੀ ਹੈਗੀ ਹੈ ਮਿੱਠੀ ਤੁਲਸੀ ਦਾ ਨਾਮ ਨਾਲ ਜਾਣੀ ਜਾਂਦੀ ਹੈ। ਇਹਦਾ ਤੁਸੀਂ ਪਲਾਂਟ ਘਰੇ ਗਮਲੇ 'ਚ ਲਗਾ ਸਕਦੇ ਹੋ। ਇਹ ਤੁਹਾਡੇ ਵਾਸਤੇ ਬੜੀ ਵਧੀਆ ਹੈਗੀ ਹੈ ਕਿਉਂਕਿ ਇਹਦਾ ਸ਼ੂਗਰ ਦੇ ਉੱਤੇ ਮਾੜਾ ਪ੍ਰਭਾਵ ਨਹੀਂ ਹੁੰਦਾ ਔਰ ਮਿੱਠੀ ਇਹ ਇੰਨੀ ਹੁੰਦੀ ਹੈ ਕਿ ਤੁਸੀਂ 1-2 ਪੱਤੇ ਵੀ ਅਗਰ ਚੱਬ ਲੈਂਦੇ ਹੋ ਤਾਂ ਪੂਰਾ ਦਿਨ ਤੁਹਾਡਾ ਜਿਹੜਾ ਲਾਰਵਾ ਹੈਗਾ, ਸਲਾਈਵਾ ਹੈਗਾ, ਉਹ ਮਿੱਠਾ ਰਹੇਗਾ। ਤਾਂ ਨੇਚਰ ਨੇ ਸਾਨੂੰ ਚੀਜ਼ ਦਿੱਤੀ ਹੈ, ਅਸੀਂ ਉਹਨੂੰ ਗ੍ਰਹਿਣ ਕਰ ਰਹੇ ਹਾਂ। ਔਰ ਯਾਦ ਰੱਖੋ, ਜੋ ਵੀ ਚੀਜ਼ ਸਾਨੂੰ ਨੇਚਰ ਦਿੰਦੀ ਹੈ ਔਰ ਅਸੀਂ ਨੇਚਰ ਦੇ ਤਰੀਕੇ ਨਾਲ ਹੀ ਉਹਨੂੰ ਖਾ ਰਹੇ ਹਾਂ ਤਾਂ ਸਾਡਾ ਕਦੇ ਵੀ ਨੁਕਸਾਨ ਨਹੀਂ ਹੁੰਦਾ। ਹੁਣ ਆਪਾਂ ਗੱਲ ਕਰਦੇ ਹਾਂ ਮੰਦ ਅਗਨੀ ਤੋਂ ਅੱਗੇ ਦਵਾਈਆਂ ਦਾ ਕੀ ਕਰਨਾ ਹੈ। ਦਵਾਈਆਂ ਦੇ ਵਿੱਚ ਲਵਨ ਭਾਸਕਰ ਚੂਰਨ ਦਾ ਨਾਮ ਮੇਰੇ ਖਿਆਲ ਨਾਲ ਐਸਾ ਕੋਈ ਵੀ ਦਰਸ਼ਕ ਮੇਰਾ ਨਹੀਂ ਹੈ ਜਿਨ੍ਹਾਂ ਨੇ ਨਹੀਂ ਸੁਣਿਆ ਹੋਵੇਗਾ। ਲਵਨ ਭਾਸਕਰ ਨਾਮ ਦੇ ਚੂਰਨ ਨੂੰ ਘਰੇ ਰੱਖੋ ਔਰ ਇਸ ਚੂਰਨ ਦਾ ਅੱਧੇ ਤੋਂ ਪੌਣਾ ਚਮਚਾ ਤਾਜ਼ੇ ਜਾਂ ਕੋਸੇ ਜਿਹੇ ਪਾਣੀ ਦੇ ਨਾਲ ਦਿਨ 'ਚ 2 ਤੋਂ 3 ਵਾਰ ਲਾਓਗੇ ਤਾਂ ਤੁਹਾਡੀ ਜਿਹੜੀ ਮੰਦ ਅਗਨੀ ਹੈ ਉਹ ਠੀਕ ਹੋਣੀ ਸ਼ੁਰੂ ਹੋ ਜਾਏਗੀ। ਇਸ ਤੋਂ ਇਲਾਵਾ ਅਗਰ ਕਿਸੇ ਨੂੰ ਗੈਸ ਜ਼ਿਆਦਾ ਬਣਦੀ ਹੈ ਤਾਂ ਹਿੰਗਵਾਸ਼ਟਕ ਚੂਰਨ, ਵੈਸੇ ਤਾਂ ਸਾਡੀ ਜਿਹੜੀ ਡਾਈਟ ਹੈਗੀ ਹੈ ਜਾਂ ਸਾਡੀ ਸਬਜ਼ੀ ਦਾਲ ਹੈਗੀ ਹੈ ਉਹਨੂੰ ਹਿੰਗ ਉਹਦੇ ਵਿੱਚ ਪਈ ਹੋਣੀ ਚਾਹੀਦੀ ਹੈ ਤਾਂ ਕਿ ਗੈਸ ਜਿਹੜੀ ਸਾਡੇ ਅੰਦਰ ਨਾ ਬਣੇ। ਲੇਕਿਨ ਅਗਰ ਤੁਸੀਂ ਚਾਹੋ ਤਾਂ ਹਿੰਗਵਾਸ਼ਟਕ ਚੂਰਨ ਮਾਰਕੀਟ 'ਚ ਆਉਂਦਾ ਹੈ। ਹਿੰਗਵਾਸ਼ਟਕ ਚੂਰਨ ਦਾ ਵੀ ਅੱਧੇ ਤੋਂ ਪੌਣਾ ਚਮਚ ਕੋਸੇ ਜਿਹੇ ਪਾਣੀ ਦੇ ਨਾਲ ਦਿਨ 'ਚ 2 ਜਾਂ 3 ਵਾਰੀ ਲਓਗੇ ਤਾਂ ਤੁਹਾਡੀ ਮੰਦ ਅਗਨੀ, ਤੁਹਾਡੀ ਗੈਸ ਦੀ ਸਮੱਸਿਆ ਠੀਕ ਹੋਣੀ ਸ਼ੁਰੂ ਹੋ ਜਾਏਗੀ। ਇੱਕ ਗੋਲੀ ਆਉਂਦੀ ਹੈ ਜਿਹਦਾ ਨਾਮ ਹੈ ਸੰਜੀਵਨੀ ਬਟੀ। ਐਡੀ ਕਾਰਾਗਰ ਗੋਲੀ ਹੈਗੀ ਹੈ ਜਿਹਨੂੰ ਅਸੀਂ ਮੇਰੇ ਖਿਆਲ ਨਾਲ ਬਹੁਤ ਘੱਟ ਯੂਜ਼ ਕਰਦੇ ਹਾਂ, ਲੇਕਿਨ ਇਸ ਗੋਲੀ ਦਾ ਇੰਨਾ ਜ਼ਿਆਦਾ ਵਧੀਆ ਰਿਜ਼ਲਟ ਮਿਲਦਾ ਹੈ। ਇਹਨੂੰ ਤੁਸੀਂ 1 ਗੋਲੀ ਸਵੇਰੇ, ਦੁਪਹਿਰੇ, ਸ਼ਾਮ ਅਦਰਕ ਦਾ ਰਸ ਕੱਢ ਕੇ, ਅਦਰਕ ਨੂੰ ਕ੍ਰਸ਼ ਕਰੋ, ਉਹਦਾ ਰਸ ਕੱਢ ਲਓ, ਉਹਦੇ ਵਿੱਚ ਕ੍ਰਸ਼ ਕਰਕੇ ਇਹਨੂੰ ਦਿਨ 'ਚ 3 ਵਾਰੀ ਲਓ। ਤੁਸੀਂ ਦੇਖੋਗੇ ਬਹੁਤ ਜਲਦੀ ਤੁਹਾਡੀ ਮੰਦ ਅਗਨੀ ਇੰਪਰੂਵ ਹੋ ਗਈ। ਅਗਰ ਪੇਟ ਦਰਦ ਹੋ ਰਿਹਾ ਹੈ ਤਾਂ 2 ਗੋਲੀਆਂ ਨੂੰ ਕ੍ਰਸ਼ ਕਰੋ, ਅਦਰਕ ਦੇ ਰਸ ਦੇ ਵਿੱਚ ਰੱਖੋ, ਲੈ ਲਓ। ਅਗਰ ਅਦਰਕ ਦਾ ਰਸ ਕਿਸੇ ਟਾਈਮ ਅਵੇਲੇਬਲ ਨਹੀਂ ਹੈ ਤਾਂ ਫਿਰ ਤੁਸੀਂ ਕੋਸੇ ਪਾਣੀ ਨਾਲ ਲੈ ਲਓ। ਦਵਾਈ ਕਦੇ ਵੀ ਠੰਡੇ ਪਾਣੀ ਨਾਲ ਨਹੀਂ ਲੈਣੀ, ਇਹ ਹਮੇਸ਼ਾ ਯਾਦ ਰੱਖੋ। ਦਵਾਈ ਕਦੇ ਵੀ ਠੰਡੇ ਪਾਣੀ ਨਾਲ ਨਹੀਂ ਲੈਣੀ। ਇੱਕ ਹੋਰ ਦਵਾਈ ਹੈਗੀ ਹੈ, ਖਾਣਾ ਖਾਓ ਚਿੱਤਰਕਾਦੀ ਬਟੀ। ਚਿੱਤਰਕਾਦੀ ਬਟੀ ਦਾ ਮੇਨ
ਜਿਹੜਾ ਇਨਗਰੀਡੀਐਂਟ ਹੈਗਾ ਉਹ ਹੈ ਚਿਤਰਕ। ਦੇਖੋ ਸਾਡੇ ਜੋ ਦਵਾਈਆਂ ਹੈਗੀਆਂ ਉਹਦੇ ਵਿੱਚ ਦੋ ਤਰ੍ਹਾਂ ਦੀਆਂ ਅਸੀਂ ਮੰਨਦੇ ਹੈਗੇ ਆ ਦਵਾਈਆਂ, ਜਿਹਦੇ ਇੱਕ ਹੁੰਦਾ ਹੈਗੇ ਦੀਪਨੀ ਹੈ ਜੋ ਸਾਡੀ ਭੁੱਖ ਨੂੰ ਵਧਾਉਂਦੇ ਆ, ਇੱਕ ਹੁੰਦੇ ਪਾਚਨੀ ਹੈ ਜੋ ਸਾਡਾ ਪਾਚਨ ਕਰਾਉਂਦੇ ਆ। ਜਿਵੇਂ ਸੌਂਫ ਹੈਗੀ ਆ, ਸੌਂਫ ਪਾਚਨੀ ਹੈ, ਪਾਚਨ ਕਰਵਾਉਂਦੀ ਹੈ, ਦੀਪਨੀ ਨਹੀਂ ਹੈ, ਭੁੱਖ ਨਹੀਂ ਲਗਾਉਂਦੀ ਸੌਂਫ, ਇਸ ਲਈ ਸੌਂਫ ਨੂੰ ਰੋਟੀ ਖਾਣ ਤੋਂ ਬਾਅਦ ਚੱਬਿਆ ਜਾਂਦਾ ਹੈਗਾ। ਲੇਕਿਨ ਚਿਤਰਕ ਜੋ ਦਰਵਿਆ ਹੈਗਾ ਇਹ ਦੀਪਨੀय ਵੀ ਹੈ, ਇਹ ਭੁੱਖ ਵੀ ਲਗਾਉਂਦਾ ਹੈ ਤੇ ਪਾਚਨੀय ਵੀ ਹੈ, ਪਾਚਨ ਵੀ ਕਰਾਉਂਦਾ ਹੈ। ਤਾਂ ਤੁਸੀਂ ਰੋਟੀ ਖਾਣ ਤੋਂ ਪਹਿਲਾਂ 2 ਗੋਲੀਆਂ ਗਰਮ ਪਾਣੀ ਨਾਲ ਚੱਬ ਕੇ ਲਓਗੇ ਜਾਂ ਚੂਸ ਕੇ ਲਓਗੇ ਤੁਹਾਨੂੰ ਭੁੱਖ ਲੱਗੇਗੀ। ਖਾਣਾ ਖਾਣ ਤੋਂ ਬਾਅਦ ਲਓਗੇ ਤਾਂ ਖਾਣਾ ਪਾਚਨ ਹੋਣ 'ਚ ਜਲਦੀ ਹੋਏਗੀ ਔਰ ਪਾਚਨ ਵਧੀਆ ਹੋਏਗਾ। ਤਾਂ ਚਿਤਰਕ ਦੀ ਬੱਟੀ ਹਮੇਸ਼ਾ ਆਪਣੇ ਕੋਲ ਰੱਖੋ, ਰਾਈਟ। ਇਹ ਕੁਝ ਐਸੀਆਂ ਦਵਾਈਆਂ ਹੈਗੀਆਂ ਜੋ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ, ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੈ। ਇਹ ਕਲਾਸੀਕਲ ਯੋਗ ਹੈਗੇ ਔਰ ਬੜਾ ਫਾਇਦਾ ਕਰਦੇ ਹੈਗੇ। ਹੁਣ ਲਾਸਟ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਖੁਰਾਕ ਦੇ ਵਿੱਚ। ਅਸੀਂ ਪਹਿਲਾਂ ਵੀ ਰਸ ਤੁਹਾਨੂੰ ਦੱਸ ਚੁੱਕਿਆ ਮੈਂ, ਲੇਕਿਨ ਇੱਕ ਬੜੀ ਗਲਤੀ ਲੋਕੀ ਅਕਸਰ ਕਰ ਲੈਂਦੇ ਹੈਗੇ ਆ ਕਿ ਜੋ ਅੱਜ ਕੱਲ੍ਹ ਟ੍ਰੈਂਡ ਚੱਲਿਆ ਹੋਇਆ। ਪਹਿਲਾ ਟ੍ਰੈਂਡ ਕੀ ਹੈ ਕਿ ਜੀ ਫਰੂਟ ਖਾਣੇ ਹੈਗੇ ਆ, ਲੇਕਿਨ ਫਰੂਟ ਖਾਣੇ ਤਾਂ ਅੱਛੇ ਹੁੰਦੇ ਆ। ਫਰੂਟ ਖਾਣੇ ਹੈ ਤਾਂ ਫਰੂਟ ਹਮੇਸ਼ਾ ਖਾਲੀ ਪੇਟ ਜਾਂ ਖਾਣਾ ਖਾਣ ਤੋਂ ਪਹਿਲਾਂ ਖਾਣੇ। ਲੇਕਿਨ ਮੈਂ ਦੱਸਣਾ ਕੀ ਚਾਹ ਰਿਹਾ ਸੀ ਕਿ ਸਾਡੇ ਅੱਜ ਦੇ ਸਮਾਜ ਦੇ ਵਿੱਚ ਫਰੂਟ ਦਾ ਨਾਮ ਦੇ ਉੱਤੇ ਅਸੀਂ ਸਮੂਦੀ ਖਾਣੀ ਸ਼ੁਰੂ ਕਰਤੀ ਹੈ। ਮਿਕਸੀ ਦੇ ਵਿੱਚ 5-4 ਤਰ੍ਹਾਂ ਦੇ ਫਰੂਟ ਪੀਸੇ, ਉਹਦੇ ਵਿੱਚ ਦੁੱਧ ਮਿਕਸ ਕੀਤਾ ਤੇ ਫਿਰ ਅਸੀਂ ਸਮੂਦੀ ਖਾ ਲਈ ਜੀ, ਬਸ ਜਲਦੀ ਜਲਦੀ ਸਮੂਦੀ ਪੀ ਲਈ। ਤਾਂ ਪਹਿਲੀ ਚੀਜ਼, ਸਮੂਦੀ ਦਾ ਨੁਕਸਾਨ ਕੀ ਹੈ? ਦੁੱਧ ਤੇ ਫਰੂਟ ਦਾ ਯੋਗ ਨਹੀਂ ਬਣਦਾ ਹੁੰਦਾ। ਸਿਰਫ ਆਮਲੇ ਨਾਲ ਦੁੱਧ ਪੀਓ ਤੁਸੀਂ, ਅਦਰਵਾਈਜ਼ ਕਿਸੇ ਫਰੂਟ ਨਾਲ ਦੁੱਧ ਪੀਣ ਦੀ ਲੋੜ ਨਹੀਂ ਹੈ। ਬਿਲਕੁਲ ਸੰਯੋਗ ਸਹੀ ਨਹੀਂ ਹੈ, ਠੀਕ ਹੈ। ਕੇਲੇ ਨਾਲ ਦੁੱਧ ਪੀ ਸਕਦੇ ਹੈਗੇ ਹੋ, ਲੇਕਿਨ ਉਹ ਵੀ ਮੈਂ ਅਵੋਇਡ ਕਰਨਾ ਚਾਹੁੰਦਾ ਕਿਉਂਕਿ ਕੇਲੇ ਨਾਲ ਦੁੱਧ ਬਹੁਤ ਜ਼ਿਆਦਾ ਕੰਮ ਨਹੀਂ ਕਰਦਾ। ਬੈਟਰ ਹੈ ਦੁੱਧ ਨੂੰ ਰਾਤ ਨੂੰ ਕੱਲਿਆਂ ਪੀ, ਰਾਈਟ। ਫਰੂਟ ਮੰਦ ਅਗਨੀ ਵਾਸਤੇ ਮੌਸਮੀ, ਇਨੋ, ਸੰਤਰਾ ਇਹ ਬਹੁਤ ਵਧੀਆ ਹੈਗੇ ਆ। ਪਪੀਤਾ ਬਹੁਤ ਕੰਮ ਕਰਦਾ ਹੈਗਾ ਮੰਦ ਅਗਨੀ ਵਾਸਤੇ। ਔਰ ਸਰੀਰ ਨੂੰ ਡੀਟੌਕਸੀਫਾਈ ਕਰਨ ਵਾਸਤੇ ਸਵੇਰ ਦਾ ਇੱਕ ਫਲ ਸੇਬ, ਐਨ ਐਪਲ ਏ ਡੇ ਕੀਪਸ ਦੀ ਡਾਕਟਰ ਅਵੇ, ਇਹ ਤੁਹਾਡੇ ਵਾਸਤੇ ਬੜਾ ਫਾਇਦੇਮੰਦ ਹੈਗਾ। ਤਾਂ ਆਪਾਂ ਨੇ ਜੋ ਕੰਮ ਕਰਨਾ ਹੈਗਾ, ਸਵੇਰੇ ਖਾਲੀ ਪੇਟ ਫਰੂਟ ਖਾ ਲਓ, ਜਿਹਦੇ ਵਿੱਚ ਸੇਬ ਖਾਓ। ਅਗਰ ਤੁਸੀਂ ਦੁਪਹਿਰੇ ਖਾਣਾ ਹੈ ਕੀਨੂ, ਸੰਤਰਾ, ਮੌਸਮੀ, ਇਹ ਤੁਹਾਡੇ ਵਾਸਤੇ ਬਹੁਤ ਬੈਨੀਫੀਸ਼ੀਅਲ ਹੈਗੀ ਹੈ। ਰਾਤ ਨੂੰ ਅਗਰ ਖਾਣਾ ਹੈਗਾ ਔਰ ਸਰਦੀਆਂ ਦਾ ਟਾਈਮ ਹੈਗਾ ਤਾਂ ਦੁੱਧ ਦੇ ਨਾਲ ਖਜੂਰ ਖਾਓ, ਇਹ ਤੁਹਾਡੇ ਵਾਸਤੇ ਬੜਾ ਬੈਨੀਫੀਸ਼ੀਅਲ ਹੈਗੀ ਹੈ, ਠੀਕ ਹੈ। ਅਨਾਜ, ਆਟੇ ਦੇ ਵਿੱਚ ਤੁਸੀਂ ਹਮੇਸ਼ਾ ਮੋਟਾ ਆਟਾ ਖਾਣਾ ਜਿਹਦੇ ਵਿੱਚ ਛਾਨ ਬੂਰਾ ਹੋਵੇ। ਭਾਵੇਂ ਤੁਹਾਨੂੰ ਛਾਨ ਬੂਰਾ ਖਰੀਦ ਕੇ ਆਟੇ 'ਚ ਮਿਕਸ ਕਰਨਾ ਪਵੇ। ਜਿੰਨਾ ਫਾਈਬਰ ਲਓਗੇ ਉਨਾ ਹੀ ਸਰੀਰ ਫਿੱਟ ਰਹੇਗਾ, ਮੰਦ ਅਗਨੀ ਤੋਂ ਉਨਾ ਨਿਜਾਤ ਪਾਓਗੇ ਔਰ ਸਰੀਰ ਨੂੰ ਪੂਰੀ ਨਿਊਟ੍ਰੀਸ਼ਨਲ ਵੈਲਿਊ ਮਿਲੇਗੀ। ਕਦੇ ਵੀ ਕਬਜ਼ੀ ਨਹੀਂ ਹੋਏਗੀ, ਕਿਉਂਕਿ ਕਬਜ਼ੀ ਹੋਣ ਦਾ ਕਾਰਨ ਹੀ ਇਹ ਹੈ ਕਿ ਸਾਡੇ ਫੂਡ ਦੇ ਵਿੱਚੋਂ ਜੋ ਫਾਈਬਰ ਸੀਗਾ ਉਹ ਨਿਕਲ ਚੁੱਕਿਆ। ਤਾਂ ਫਾਈਬਰ ਨੂੰ ਵਾਪਸ ਲੈ ਕੇ ਆਉਣ ਦੇ ਲਈ ਫਰੂਟਸ ਤੇ ਆਟੇ ਦੇ ਵਿੱਚ ਜੋ ਛਾਨ ਬੂਰਾ ਹੈਗਾ ਉਹ ਬਹੁਤ ਹੈਲਪ ਕਰਦਾ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਜੋ ਪਿੰਡਾਂ ਦੇ ਵਿੱਚ ਲੋਕ ਰਹਿੰਦੇ ਆ ਜਿਨ੍ਹਾਂ ਨੇ ਪਸ਼ੂ ਰੱਖੇ ਹੋਏ ਹਨ, ਉਹ ਪਸ਼ੂਆਂ ਨੂੰ ਕਦੇ ਵੀ ਆਟਾ ਨਹੀਂ ਦਿੰਦੇ ਹਨ। ਉਹ ਹਮੇਸ਼ਾ ਪਸ਼ੂਆਂ ਨੂੰ ਮੋਟਾ ਦਾਣਾ ਖਾਣ ਨੂੰ ਦਿੰਦੇ ਹਨ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਫਾਈਬਰ ਹੋਵੇ ਤੇ ਉਹਨਾਂ ਦਾ ਪੇਟ ਕਦੇ ਵੀ ਖਰਾਬ ਨਾ ਹੋਵੇ। ਇਹ ਜ਼ਰੂਰੀ ਹੈਗਾ, ਠੀਕ ਹੈ। ਤੇ ਇਹੀ ਅਨੁਸ਼ਾਸਨ ਤੇ ਦਿਨਚਰਿਆ ਅਗਰ ਤੁਸੀਂ ਅਪਣਾਉਂਦੇ ਹੋ ਤਾਂ ਤੁਸੀਂ ਦੇਖੋਗੇ ਕਿ ਤੁਹਾਡੀ ਜੋ ਮੰਦ ਅਗਨੀ ਹੈ ਉਹ ਬਹੁਤ ਜਲਦੀ ਰਿਕਵਰ ਹੋਗੀ। ਤੁਹਾਡਾ ਖਾਣਾ ਬਹੁਤ ਜਲਦੀ ਹਜ਼ਮ ਹੋ ਜਾਂਦਾ ਹੈ। ਸਵੇਰ ਉੱਠਦੇ ਹੈਗੇ ਹੋ, ਪੇਟ ਇੱਕਦਮ ਸਾਫ਼ ਹੋ ਜਾਂਦਾ ਹੈ ਔਰ ਪੇਟ ਸਾਫ਼ ਹੋ ਜਾਂਦਾ ਹੈ ਤਾਂ ਪੂਰਾ ਦਿਨ ਫਰੈਸ਼ ਰਹਿੰਦੇ ਹੈਗੇ ਆ, ਰਾਈਟ ਜੀ। ਇਸ ਤੋਂ ਇਲਾਵਾ ਸੌਣ ਲੱਗਿਆ ਤੁਸੀਂ ਜੋ ਛੋਟਾ ਜਿਹਾ ਧਿਆਨ ਰੱਖਣਾ ਹੈ, ਆਪਣਾ ਜਿਹੜਾ ਸਿਰ ਹੈਗਾ ਉਹ ਕਦੇ ਵੀ ਨਾਰਥ ਡਾਇਰੈਕਸ਼ਨ, ਉੱਤਰ ਵਾਲੀ ਦਿਸ਼ਾ 'ਚ ਕਰਕੇ ਨਹੀਂ ਸੌਣਾ, ਕਿਉਂਕਿ ਸਾਡਾ ਸਿਰ ਤੇ ਸਾਡਾ ਨਾਰਥ ਪੋਲ ਇਹ ਦੋਨੇ ਆਪਸ ਜਦੋਂ ਨੇੜੇ ਆਉਂਦੇ ਤਾਂ ਟਕਰਾਉਂਦੇ ਆ ਤਾਂ ਸਾਡੀ ਬਲੱਡ ਸਰਕੂਲੇਸ਼ਨ ਚੇਂਜ ਹੁੰਦੀ ਹੈ, ਜਿਹਦੇ ਨਾਲ ਵੀ ਸਾਡੀ ਡਾਈਜੈਸ਼ਨ ਵੀ ਪੂਅਰ ਹੁੰਦੀ ਹੈ ਤੇ ਸਾਨੂੰ ਸਟ੍ਰੈਸ ਵੀ ਆਉਂਦਾ ਹੈ ਔਰ ਨੀਂਦ ਵੀ ਨਹੀਂ ਆਉਂਦੀ। ਤਾਂ ਇਹ ਇੱਕ ਐਸਾ ਪਹਿਲੂ ਹੈਗਾ ਜਿਹਨੂੰ ਕਈ ਵਾਰ ਦਰਕਿਨਾਰ ਕਰ ਦਿੱਤਾ ਜਾਂਦਾ ਹੈ। ਕਈ ਵਾਰੀ ਅਸੀਂ ਇਸ ਗੱਲ ਦੇ ਛੋਟੇ ਛੋਟੇ ਪੁਆਇੰਟਸ ਤੇ ਧਿਆਨ ਨਹੀਂ ਦਿੰਦੇ। ਅਸੀਂ ਵੱਡੀਆਂ ਗੱਲਾਂ ਨੂੰ ਬਹੁਤ ਗੌਰ ਕਰਦੇ ਹਾਂ ਲੇਕਿਨ ਛੋਟੇ ਛੋਟੇ ਪੁਆਇੰਟਸ ਨੂੰ ਅਸੀਂ ਗੌਰ ਨਹੀਂ ਕਰਦੇ, ਜਿਹਦੇ ਕਰਕੇ ਇਹ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ। ਠੀਕ, ਓਕੇ, ਥੈਂਕ ਯੂ ਵੈਰੀ ਮਚ। ਕਿੱਦਾਂ ਦਾ ਲੱਗਿਆ ਇਹ ਪ੍ਰੋਗਰਾਮ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ। ਅਗਰ ਤੁਸੀਂ ਚੈਨਲ ਤੇ ਨਵੇਂ ਹੈਗੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਹੁਤ ਜ਼ਰੂਰੀ ਹੈਗਾ, ਕਿਉਂਕਿ ਅਸੀਂ ਇਸ ਚੈਨਲ ਦੇ ਰਾਹੀਂ ਹਮੇਸ਼ਾ ਤੁਹਾਨੂੰ ਨਵੀਂ ਜਾਣਕਾਰੀ ਤੇ ਨਵੇਂ ਨੁਸਖੇ ਜਾਂ ਫਿਰ